ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਕਬੀਰ ਜੀ ਕੇ ਸ਼ਲੋਕ 16ਵਾਂ। कबीर संत मुए क्या रोइए, जो अपने ग्रह जाए। रोबो साकत बाप रे, जो हाटे हाट विकाए। कबीर संत मुए क्या रोइए, जो अपने ग्रह जाए। रोबो साकत वापरे, जो हाटे हाट बकाए। गुरमत अनुसार ਇਹ ਭਗਤਾਂ ਗੁਰੂਆਂ ਦੇ ਦਰਸਾਏ ਰਾਹ 'ਤੇ ਅਸੀਂ ਚੱਲਣਾ, ਫੇਰ ਹੀ ਸਾਨੂੰ ਸਮਝ ਆਉਣੀ ਹੈ। ਗੁਰਬਾਣੀ ਵਿੱਚ ਸੰਤ ਕਿਸ ਨੂੰ ਆਖਿਆ, ਸਾਧ ਕਿਸ ਨੂੰ ਆਖਿਆ, ਆਸਾਧ ਕਿਸ ਨੂੰ ਆਖਿਆ। ਇਹ ਸੱਚ ਦੇ ਗਿਆਨ ਤੋਂ ਬਾਅਦ ਸਾਨੂੰ ਸਮਝ ਆਉਣੀ ਹੈ। ਜਿੰਨੇ ਵੀ ਅਸੀਂ ਪਿੱਛੇ ਧਰਮ ਕਰਮ ਕਰਕੇ ਆਏ ਹਾਂ, ਸਾਰੇ ਸਰੀਰ ਕਰਕੇ ਪੌੜੀਆਂ ਚੜ੍ਹਦੇ ਆ ਗਏ ਹਾਂ। ਹੁਣ ਇਹ ਲਾਸਟ ਪੌੜੀ ਹੈ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ, ਸੋ ਅਟਲ ਗੁਰ ਸੇਵੀਏ, ਐ ਨਿਸੈ ਸੁਭਾਏ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਹੁਣ ਸਾਡਾ ਇੱਥੇ ਛੁਟਕਾਰਾ ਹੋਣਾ ਭਾਈ, ਜਨਮ ਮਰਨ ਦਾ ਛੁਟਕਾਰਾ ਹੋਣਾ। ਇਹ ਲਾਸਟ ਪੌੜੀ ਹੈ। ਸੰਤ ਕਿਵੇਂ ਬਣਦਾ ਹੈ, ਸੰਤ ਕੀ ਹੈ, ਇਹ ਸਾਨੂੰ ਸੱਚ ਦੇ ਗਿਆਨ ਤੋਂ ਪਤਾ ਲੱਗਦਾ। ਉਹੀ ਭਗਤ ਜੀ ਸਮਝਾ ਰਹੇ ਨੇ, ਭਾਈ ਸੰਤ ਨੂੰ ਕਿਉਂ ਰੋਂਦੇ, ਹੁਣ ਤਾਂ ਆਪਦੇ ਘਰ ਜਾਣਾ। ਸੰਤ ਦਾ ਲੋਕ ਇਹ ਥੋੜ੍ਹੀ ਹੈ, ਇਹ ਤਾਂ ਸਾਕਤ ਦਾ ਹੈ। ਸਾਕਤ ਤੇ ਸੂਕਰ ਭਲਾ ਅੱਛਾ ਰਾਖੇਗਾ, ਉਹ ਭਗਤ ਕਬੀਰ ਜੀ ਸਮਝਾਉਂਦੇ ਨੇ। ਸਾਕਤ ਵਿੱਚ ਇੰਨੀਆਂ ਕਮੀਆਂ ਹੁੰਦੀਆਂ ਨੇ, ਅਨੇਕਾਂ ਉਪਦੇਸ਼ ਦੇ ਕੇ। ਸਾਕਤ ਕਹਿੰਦੇ ਨੇ ਮਨ ਨੂੰ, ਜਦ ਤੱਕ ਮਨ ਆਪਦੀ ਮਰਜ਼ੀ ਨਾਲ ਚੱਲਦਾ ਉਹਨੂੰ ਬਾਣੀ ਸਾਕਤ ਕਹਿੰਦੀ ਹੈ। ਪਰ ਜਿੰਨੇ ਅਸੀਂ ਧਰਮ ਕਰਮ ਕਰਦੇ ਹਾਂ, ਆਪਦੇ ਆਪ ਨੂੰ ਸਾਰੇ ਪੂਰਨ ਹੀ ਸਮਝਦੇ ਹਾਂ, ਘੱਟ ਕੋਈ ਸਮਝਦਾ ਹੀ ਨਹੀਂ ਹੈਗਾ। ਬਾਣੀ ਨਹੀਂ ਮੰਨਦੀ ਹੈਗੀ। ਬਾਣੀ ਸਾਕਤ ਕਿਹਨੂੰ ਮੰਨਦੀ ਆ? ਅੱਜ ਆਪਾਂ ਰਹਿ ਰਾਸ ਦੇ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਉਹਦੇ ਹਉਮੈ ਦਾ ਕੰਡਾ ਹੈ ਭਾਈ। ਜਦ ਤੱਕ ਸਾਕਤ ਆ ਇਹ, ਜਦ ਤੱਕ ਮਨ ਆਪਦੀ ਮਤ ਨਾ ਚੱਲਦਾ ਹੈ, ਸਾਕਤ ਆ ਇਹ। ਜਦੋਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਹੁਕਮ ਅਨੁਸਾਰ ਚੱਲਦਾ, ਫਿਰ ਇਹ ਸੰਤ ਹੈ, ਫਿਰ ਇਹ ਗੁਰਸਿੱਖ ਹੈ, ਫਿਰ ਇਹ ਹਰਜਨ ਹੈ, ਫਿਰ ਇਹ ਸੰਤ ਜਨ ਹੈ। ਇਹੀ ਤਾਂ ਬਾਣੀ ਸਾਨੂੰ ਨਿਖੇੜ ਕੇ ਸਮਝਾਉਂਦੀ ਹੈ। ਗੁਰਮੁਖ ਤਾਂ ਹੀ ਸਾਨੂੰ ਕੀ ਲਾਭ ਹੈ, ਮਨਮੁਖ ਤਾਂ ਹੀ ਸਾਨੂੰ ਕੀ ਘਾਟ ਹੈ। ਸਤਿਗੁਰਾਂ ਦੇ ਵਚਨ ਲੈ ਲੈਂਦੇ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ। ਗੁਰ ਕੇ ਭਾਣੇ ਜੋ ਚੱਲੇ ਭਾਈ, ਬੋਝਤ ਬੈਠਾਏ। ਜਿਹੜੇ ਗੁਰ ਭਾਣੇ ਅਨੁਸਾਰ ਚੱਲਦੇ ਨੇ, ਗੁਰ ਸ਼ਬਦ ਦੀ ਕਮਾਈ ਕਰਕੇ ਗੁਰਸਿੱਖ ਪੌੜੀ ਚੜ੍ਹ ਜਾਂਦੇ ਨੇ। ਸੰਤ ਲੋਕ ਚਲੇ ਜਾਂਦੇ ਨੇ, ਸੰਤ ਹੋ ਜਾਂਦੇ ਨੇ, ਇੱਕ ਹੋ ਜਾਂਦੇ ਨੇ। ਉਹਨਾਂ ਖਾਤਰ ਭਾਈ ਇਹ ਲਾਭ ਹੈ। ਜਿਹੜੇ ਮਨਮੱਤ ਪਿੱਛੇ ਚੱਲਦੇ ਨੇ, ਆਪਦੇ ਆਪ ਨੂੰ ਹੀ ਵੱਡਾ ਸਮਝਣਾ ਚਾਹੁੰਦੇ ਆ ਔਰ ਦਿਖਾਉਣਾ ਚਾਹੁੰਦੇ ਆ, ਸੰਸਾਰ ਦੇ ਵਿੱਚ ਵੱਡਾ ਬਣਨਾ ਚਾਹੁੰਦੇ ਆ, ਉਹ ਫਿਰ ਵਿਛੜ ਚੋਟਾਂ ਖਾਂਦੇ ਨੇ ਭਾਈ, ਜਨਮਾਂ 'ਚ ਪਏ ਰਹਿੰਦੇ ਨੇ। ਆਪਾਂ ਪਿੱਛੇ ਵੀ ਸਲੋਕ ਕੀਤਾ, ਬਾਂਸ ਵਡਾਈ ਬੂਢਿਆਈ, ਇਹ ਮਤ ਡੁੱਬੋ ਕੋਈ, ਚੰਦਨ ਕੇ ਨਿਕਟ ਬਸੇ ਬਾਂਸ ਸੁਗੰਧ ਨਾ ਹੋਏ। ਬਾਂਸ ਚੰਦਨ ਦੇ ਕੋਲ ਦੀ ਐਂ ਨਿਕਲ ਜਾਂਦਾ ਭਾਈ, ਵੱਡਾ ਬਣਨਾ ਚਾਹੁੰਦਾ ਨਾ। ਉਹਦੀ ਮਿਸਾਲ ਦਿੱਤੀ ਹੈ ਭਗਤ ਕਬੀਰ ਜੀ ਨੇ। ਅਨੇਕਾਂ ਉਪਦੇਸ਼ ਸਾਨੂੰ ਮਾਇਆ ਦੇ ਕੇ ਸਮਝਾਇਆ ਸੀ। ਉਹਨਾਂ ਦੀ ਪ੍ਰਾਪਤੀ ਨਹੀਂ ਕਰਨੀ, ਉਹ ਤਾਂ ਛੱਡ ਦੇਣੇ, ਉਹ ਤਾਂ ਸਮਝਣ ਖਾਤਰ ਨੇ। ਜਿਵੇਂ ਕਿਸੇ ਸੰਸਾਰੀ ਭਾਵ ਲੈ ਲਈਏ, ਕਿਸੇ ਤੋਂ ਰਸਤਾ ਪੁੱਛ ਲੈਂਦੇ, ਉਹ ਸਾਨੂੰ ਗਾਈਡ ਕਰ ਦਿੰਦਾ ਵੀ ਭਾਈ ਤੁਸੀਂ ਅੱਗੇ ਜਾ ਕੇ ਲੈਫਟ ਜਾਂ ਰਾਈਟ, ਜਿੱਧਰ ਨੂੰ ਵੀ ਹੋਣਾ ਉਹ ਸਾਨੂੰ ਸਮਝਾ ਦਿੰਦਾ। ਫਿਰ ਅਸੀਂ ਉਹਨੂੰ ਥੋੜ੍ਹੀ ਆ ਕੇ ਦੁਬਾਰਾ ਲੱਭਣਾ ਵੀ ਕਿੱਥੇ ਗਿਆ ਉਹ। ਇਵੇਂ ਹੀ ਜਿਹੜਾ ਹੈਗਾ, ਇਹ ਮਾਇਆ ਦੇ ਜਿਹੜੇ ਪ੍ਰਮਾਣ ਨਹੀਂ, ਇਹ ਸਾਨੂੰ ਇੱਕ ਦਿਸ਼ਾ ਦੇ ਰਹੇ ਨੇ। ਕਿਉਂਕਿ ਨਿਰਾਕਾਰ ਦੁਨੀਆ ਆਕਾਰ ਤੋਂ ਰਹਿਤ ਹੈ, ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਸਮਝਾਈ ਨਹੀਂ ਜਾਂਦੀ। ਤੇ ਸਤਿਗੁਰਾਂ ਨੇ ਇੰਨੀ ਬਾਣੀ ਜਿਹੜੀ ਹੈਗੀ ਹੈ, ਗਿਆਨ ਦਾ ਸਮੁੰਦਰ ਆਪਾਂ ਨੂੰ ਦਿੱਤਾ ਵੀ। ਇਹਨੂੰ ਬਾਰ-ਬਾਰ ਇਹਨੂੰ ਕਿਹਾ ਵੀ ਸਮਝਦਾ ਰਹੇ, ਇਹਨੂੰ ਸਮਝ ਆ ਜਾਵੇ। ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ। ਇਹਨੂੰ ਬਾਰ-ਬਾਰ ਸਮਝਣਾ ਕੀ, ਜੋ ਅੰਮ੍ਰਿਤ ਮਿਲਦਾ, ਗਿਆਨ ਅੰਮ੍ਰਿਤ ਮਿਲਦਾ, ਉਹੀ ਤਾਂ ਆਤਮਾ ਦੀ ਖੁਰਾਕ ਹੈ। ਉਹ ਜਿਹੜਾ ਗਿਆਨ ਹੁੰਦਾ ਹੈ ਨਾ, ਉਹਦੇ ਵਿੱਚੋਂ ਗੁਰ ਸ਼ਬਦ ਦੇ ਵਿੱਚੋਂ, ਫਿਰ ਗਿਆਨ ਤੋਂ ਬਾਅਦ ਹੀ ਆਤਮਾ ਪ੍ਰਾਤਮਾ ਇੱਕ ਹੁੰਦੀ ਹੈ, ਉਹਨੂੰ ਸੰਤ ਕਹਿੰਦੇ ਨੇ।
ਸੰਤ ਤੋਂ ਭਾਵ ਹੁੰਦਾ ਸ਼ਾਂਤ, ਮਾਇਆ ਤੋਂ ਰਹਿਤ, ਸੰਸਾਰੀ ਇੱਛਾ ਦਾ ਨਿਵਾਰਨ ਹੋ ਜਾਂਦਾ ਹੈ, ਸੰਸਾਰ 'ਚ ਉਹਦਾ ਖਹਿੜਾ ਛੁੱਟ ਜਾਂਦਾ ਹੈ। ਸੰਤ ਲੋਕ ਚਲੇ ਜਾਂਦੇ, ਉਹਨੂੰ ਸਹਿਜ ਦੁਨੀਆ ਕਹਿੰਦੇ ਆ, ਦੇਵ ਲੋਕ ਵੀ ਕਹਿੰਦੇ ਆ। ਅਨੇਕਾਂ ਉਪਦੇਸ਼ ਦੇ ਕੇ ਸਤਿਗੁਰਾਂ ਨੇ ਸਮਝਾਇਆ। ਹੁਣ ਸਾਨੂੰ ਮੌਕਾ ਹੈ, ਇਹ ਦੇਹੀ ਮਿਲੀ ਹੈ ਪ੍ਰਾਪਤੀ ਦਾ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਸੰਤ ਨਾਲ ਮਿਲਾਪ ਹੋਣਾ, ਆਤਮਾ ਪ੍ਰਾਤਮਾ ਇੱਕ ਹੋਣੀ ਹੈ। ਜਿਹੜੀ ਸਾਡੀ ਦੂਰੀ ਪੈ ਗਈ ਹੈ ਉਹੀ ਤਾਂ ਬਾਣੀ ਤੈਅ ਕਰਦੀ ਹੈ। ਗੁਰਚੇਲੇ ਕੀ ਸੰਧ ਮਿਲਾਏ, ਸੰਤ ਪ੍ਰਤਾਪ ਦੁਰੰਤ ਸਭ ਨਸੇ। ਜਿਹੜੀ ਦੂਰੀ ਪੈ ਗਈ ਹੈ ਸੰਤ ਦੇ ਗਿਆਨ ਨਾਲ, ਬਾਣੀ ਨਾਲ, ਸਾਨੂੰ ਇਹ ਸਮਝ ਆਉਣੀ ਹੈ। ਇਹ ਸੰਤ ਕਾ ਮਾਰਗ ਹੈ ਭਾਈ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਬੜ ਭਾਗੀ ਪਾਵੇ। ਵੱਡੇ ਭਾਗਾਂ ਵਾਲੇ ਗੁਰਸਿੱਖ ਨੇ ਜਿਹੜੇ ਗੁਰਸ਼ਬਦ ਦੀ ਵਿਚਾਰ ਲੈ ਕੇ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਦੇ ਨੇ, ਆਪਦਾ ਜੀਵਨ ਸਫਲ ਕਰਦੇ ਨੇ, ਆਪ ਜਪਦੇ ਨੇ, ਪਹਿਲਾਂ ਸਮਝਦੇ ਨੇ, ਫਿਰ ਸੰਸਾਰ ਨੂੰ ਸਮਝਾਉਂਦੇ ਨੇ। ਇਹੀ ਤਾਂ ਸੇਵਾ ਹੈ। ਗੁਰਸੇਵਾ ਪ੍ਰਧਾਨ ਹੈ, ਸੇਵਕ ਸੂਰ ਹੈ, ਜਗਮਗ ਨੂਰ ਹੈ। ਉਹ ਤਾਂ ਆਤਮਾ ਰੋਸ਼ਨਾਈ ਹੋ ਜਾਂਦੀ, ਉਹਦੇ ਅੰਦਰ ਤਾਂ ਪ੍ਰਕਾਸ਼ ਹੋ ਜਾਂਦਾ ਹੈ। ਜਿਹੜੇ ਗੁਰਸੇਵਾ 'ਚ ਲੱਗੇ ਹੁੰਦੇ ਉਹਨਾਂ ਨੂੰ ਚਾਨਣ ਹੁੰਦਾ। ਗੁਰਬਾਣੀ ਹੀ ਜਗ ਮੇ ਚਾਨਣ, ਅਨੇਕਾਂ ਉਪਦੇਸ਼ ਨੇ। ਸੰਤ ਕਦੋਂ ਬਣਦਾ ਹੈ? ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ। ਉਦੋਂ ਬਾਅਦ ਤਾਂ ਇਹਦੀ ਭਗਤੀ ਸ਼ੁਰੂ ਹੁੰਦੀ ਹੈ ਨਾਮ ਦੀ। ਉਹ ਕੀ ਹੈ? ਦੇਵ ਲੋਕ। ਸੰਤਾਂ ਕੇ ਕਾਰਜ ਵਿੱਚ ਆਪ ਖਲੋਏ। ਜਦ ਤੱਕ ਕੁਦਰਤ ਹੁਕਮ ਕਿਰਪਾ ਰਹਿਮਤ ਨਹੀਂ ਕਰਦੀ, ਨਾਮ ਦੀ ਪ੍ਰਾਪਤੀ ਨਹੀਂ ਸ਼ੁਰੂ ਹੁੰਦੀ। ਮਨ ਚਿੱਤ ਇੱਕ ਨਹੀਂ ਹੁੰਦੇ ਹੈਗੇ। ਮਨ ਵਸਾਵੇ ਨਾਨਕਾ ਜੀ ਪੂਰਨ ਕਿਰਪਾ ਹੋਈ। ਪੂਰਨ ਕਿਰਪਾ ਲੈਣੀ ਹੈ ਭਾਈ। ਭਾਣੇ 'ਚ ਰਹਿਣਾ ਹੈ। ਜੋ ਦਿੱਤਾ ਸਾਨੂੰ, ਜੋ ਸਾਡਾ ਬਣਦਾ ਸੀ ਦੇਤਾ, ਸਾਰਾ ਕੁਛ ਉਹਦਾ ਹੀ ਹੈ, ਕਿਸੇ ਦਾ ਕੁਛ ਨਹੀਂ ਹੈਗਾ। ਕਰਤਾ ਤੇਰੇ ਸਭ ਕਿਸ ਹੈ, ਜਿਸ ਦੇ ਸੋ ਪਾਵੇ। ਆਨੰਦ ਸਾਹਿਬ ਦੇ ਬਚਨ ਸਤਿਗੁਰਾਂ ਦੇ। ਸਾਰਾ ਕੁਛ ਉਹਦਾ ਹੈ। ਉਹਦੀ ਕਿਰਪਾ ਤੋਂ ਬਿਨਾਂ ਅਸੀਂ ਕੁਛ ਨਹੀਂ ਲੈ ਸਕਦੇ। ਪਰ ਸਾਨੂੰ ਗਿਆਨ ਨਾ ਹੋਣ ਕਰਕੇ ਅਸੀਂ ਬਾਹਰ ਭਟਕਦੇ ਰਹਿੰਦੇ ਹਾਂ। ਸਾਡੀ ਆਤਮਾ ਭਟਕਦੀ ਰਹਿੰਦੀ ਹੈ। ਧਰਮ ਕਰਮ ਤਾਂ ਕਰਦੇ ਹਾਂ, ਪਰ ਸਾਰੇ ਸਰੀਰ ਕਰਕੇ ਹੀ ਕਰਦੇ ਹਾਂ। ਜਿੰਨੇ ਸਾਡੇ ਧਰਮ ਕਰਮ ਨੇ, ਜਿਹੜੇ ਸਾਡੇ ਧਰਮ ਸਥਾਨ ਨੇ, ਉਹ ਵੀ ਸਾਰੇ ਬਾਹਰ ਹੀ ਬਣ ਗਏ। ਤਾਂ ਸਰੀਰ ਦੇ ਨੇ ਭਾਈ। ਆਤਮਾ ਕਿਵੇਂ ਜਾਊਗੀ ਫਿਰ ਆਪਦੇ ਘਰੇ? ਬਾਣੀ ਤਾਂ ਆਤਮਾ ਦਾ ਗਿਆਨ ਕਰਾਉਂਦੀ ਹੈ। ਆਤਮਾ ਪ੍ਰਾਤਮਾ ਨਾਲ ਵਿਛੜੀ ਹੋਈ ਹੈ। ਹੁਣ ਇਹਦਾ ਮਿਲਾਪ ਹੋਣਾ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਉਹਦੀ ਕਿਰਪਾ ਨਾਲ ਗਿਆਨ ਰਹਿਮਤ ਦੇਹੀ ਮਿਲੀ ਹੈ। ਇਹ ਨਾਨਕ ਤਾਂ ਕੀ ਭਗਤ ਕਰੇ। ਹੁਣ ਭਗਤੀ ਕਰਨੀ ਸੀ, ਉਹਦੀ ਕਰਦਾ ਨਹੀਂ, ਵਿਗੜ ਗਿਆ, ਲੋਭੀ ਹੋ ਗਿਆ। ਇੱਥੇ ਆ ਕੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ। ਮਰਨਾ ਹੀ ਭੁੱਲਿਆ ਬੈਠਾ ਹੈ। ਜਦ ਕਿ ਲਿਖਾ ਕੇ ਆਏ ਹਾਂ ਅਸੀਂ, ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਮਰਨ ਮੰਡਲ ਮੇ ਲਿਖਾ ਕੇ ਆਏ ਹਾਂ ਅਸੀਂ। ਉਹ ਸਮਾਂ ਫਾਈਨਲ ਹੋ ਚੁੱਕਿਆ ਹੈ। ਕੀਰਤਨ ਸੋਲੇ 'ਚ ਲੈ ਲੈਣੇ। ਸੰਮਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਪਾਓ ਤੇਲ ਭਾਈ, ਦੇਖ ਲਓ, ਮਨ ਚਿੱਤ ਕਰ ਲਓ। ਕਿਹੜਾ ਤੇਲ ਪਾਓ? ਗਿਆਨ ਦਾ। ਗੁਰਸਾਖੀ ਜੋਤ ਪ੍ਰਗਟ ਹੋਏ, ਫਿਰ ਤੁਹਾਡੇ ਅੰਦਰ ਜੋਤ ਪ੍ਰਗਟ ਹੋਊ ਗਿਆਨ ਦੀ, ਚਾਨਣ ਹੋਊਗਾ। ਦੇਖ ਲਿਓ। ਜੀਵਨ ਸਾਜੇ ਮਾਈ, ਇਹ ਬਾਣੀ ਮਾਈ ਹੈ। ਇਹਨੇ ਜੀਵਨ ਸਾਜਣਾ ਆਤਮਾ ਦਾ। ਉਹ ਛੱਡਤੀ ਅਸੀਂ, ਬਾਹਰ ਫੜ ਲਈ, ਜੜ ਫੜ ਲਈਆਂ। ਜੜ ਨੂੰ ਪੂਜਾ ਕਰਨ ਲੱਗ ਗਏ। ਚੇਤਨਾ ਹੋ ਕੇ ਜੜ ਦੀ ਪੂਜਾ ਕਰੀ ਜਾਂਦਾ। ਐਦੋਂ ਵੱਡਾ ਗਿਆਨੀ ਕੌਣ ਹੋਊਗਾ? ਉਹੀ ਭਗਤੀ ਸਮਝਾ ਰਹੇ ਨੇ। ਸੰਤ ਮੂੰਹੇ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ। ਭਾਈ ਉਹ ਤਾਂ ਆਪਦੇ ਘਰ ਚੱਲਿਆ ਵਾ, ਇੱਥੇ ਕੌਣ ਰਹਿੰਦਾ ਹੈ? ਰੋਬੋ ਸਾਕਤ ਵਾਪਰੇ, ਜੋ ਹਾਟੇ ਹੱਟ ਬਕਾਏ। ਕੋਈ ਮਨ ਨੂੰ ਰੋਵੋ ਭਾਈ, ਜਿਹੜਾ ਜੰਮਣ ਮਰਨ ਨੂੰ ਜਾਂਦਾ ਵਾ, ਪਤਾ ਨਹੀਂ ਕਦ ਨੰਬਰ ਲੱਗਣਾ ਇਹਦਾ। ਕਿੰਨੇ ਹਾਰਟ ਇਹ, ਕਿੰਨੀਆਂ ਜੋਨੀਆਂ ਧਾਰਦਾ ਵਾ, ਕਿੰਨੇ ਸਰੀਰਾਂ 'ਚ ਘੁੰਮਦਾ ਵਾ। ਉਹੀ ਤਾਂ ਫਾਂਸੀ ਹੈ ਇਹਨੂੰ। ਫਿਰ ਸੰਸਾਰੀ ਭਾਵ ਵੀ ਆਪਾਂ ਲਈਏ। ਜਦੋਂ ਅਸੀਂ ਕੋਈ ਬੁਰਾਈਆਂ ਕਰਦੇ ਹਾਂ ਸੰਸਾਰ ਦੇ ਵਿੱਚ, ਵੀ ਸਾਨੂੰ ਕਾਨੂੰਨ ਸਜ਼ਾ ਦਿੰਦਾ ਵਾ। ਇਹ ਵੀ ਤਾਂ ਕਾਨੂੰਨ ਹੀ ਹੈ ਦਰਗਾਹ ਦਾ। ਜੇ ਹੁਣ ਅਸੀਂ ਇਹਦੇ ਪੂਰੇ ਨਾ ਉਤਰੇ, ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਆਪਾਂ। ਜਿਸ ਮਨ ਵਸੇ ਤੇ ਸਾਚ ਪ੍ਰੀਖਿਆ। ਹਾਲੇ ਤਾਂ ਪ੍ਰੀਖਿਆ ਹੀ ਨਹੀਂ ਸ਼ੁਰੂ ਹੋਈ ਸਾਡੀ। ਸੱਚ ਦਾ ਗਿਆਨ ਹੀ ਨਹੀਂ ਸਾਨੂੰ ਹੋਇਆ। ਫਿਰ ਇਹ 84 ਲੱਖ ਜੂਨੀ ਨੂੰ ਚਲੇ ਜਾਂਦਾ। ਉਹੀ 84 ਲੱਖ ਜੂਨੀ ਦੀ ਜੇਲ੍ਹ ਹੈ। ਹੁਣ ਇਹਦਾ ਛੁਟਕਾਰਾ ਹੋਣਾ ਵਾ। ਜਦੋਂ ਜੀਵ ਜਾਂਦਾ ਸੀ ਰੋਣ ਲੱਗ ਜਾਂਦੇ ਹਾਂ। ਸਾਡਾ ਸੰਸਾਰੀ ਸੁਭਾਅ ਆ, ਹੱਸਦੇ ਖੇਲਦੇ। ਇੱਕਦਮ ਹੁਕਮ ਹੁੰਦਾ ਹੈ, ਜੀਵ ਚੱਲਦਾ ਬਣਦਾ ਹੈ,
ਅਸੀਂ ਰੋਣ ਲੱਗ ਜਾਂਦੇ। ਇਹ ਸੰਸਾਰ ਹੀ ਸਾਡਾ ਜੀਵਨ ਐਂ ਚੱਲਦਾ ਰਹਿੰਦਾ, ਉਹ ਚੱਲਦਾ ਰਹੂਗਾ। ਜੇ ਇਹ 'ਚੋਂ ਛੁਟਕਾਰਾ ਪਾਉਣਾ ਤਾਂ ਫਿਰ ਸਾਨੂੰ ਗੁਰਬਾਣੀ ਨਾਲ ਜੁੜਨਾ ਪਊ, ਗੁਰਬਾਣੀ ਤੋਂ ਸਮਝਣਾ ਪਊ ਸਾਨੂੰ ਸਾਡੇ ਸੰਸਾਰ 'ਚ ਆਉਣ ਦਾ ਕੀ ਕਾਰਨ ਹੈ। ਉਹ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ ਹੈ, ਉਹਨੂੰ ਸੰਤ ਕਹਿੰਦੀ ਹੈ ਬਾਣੀ। ਇਹ ਸੰਤ ਕਾ ਮਾਰਗ ਹੈ, ਸੰਤ ਪ੍ਰਸਾਦ ਨਿਹਚਲ ਕਰ ਪਾਇਆ। ਇਹ ਸੱਚ ਦੇ ਗਿਆਨ ਤੋਂ ਬਾਅਦ ਨਿਹਚਲ ਕਰ ਕੀ ਹੈ, ਦੇਵ ਲੋਕ ਆਪਦੇ ਘਰ ਪਹੁੰਚ ਜਾਂਦਾ, ਫਿਰ ਇਹਦੀ ਭਗਤੀ ਸ਼ੁਰੂ ਹੁੰਦੀ ਹੈ। ਇੱਥੇ ਕਿਵੇਂ ਭਗਤੀ ਕਰੂਗਾ ਇਹ ਤਾਂ ਕਾਲ ਦੇ ਬਸ ਹੈ ਸਾਰਾ। ਚੌਪਈ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣੇ, ਸਗਲ ਕਾਲ ਕਾ ਕੀਆ ਤਮਾਸ਼ਾ। ਇਹ ਤਾਂ ਤਮਾਸ਼ਾ ਹੈ ਕਾਲ ਦਾ, ਤੇ ਕਿਵੇਂ ਥਿਰ ਹੋਊਗਾ ਇਹ। ਅਸਥਿਰ ਭਗਤ ਸਾਧ ਕੀ ਸਰਨ। ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਨੇ, ਨਾਨਕ ਜਪ ਜਪ ਜੀਵੇ ਹਰ ਕੇ ਚਰਨ। ਹਰ ਦੇ ਚਰਨ ਪਹੁੰਚਣਾ, ਅਸੀਂ ਹਰ ਦੇ ਚਰਨ ਪ੍ਰਾਪਤ ਕਰਨੇ ਆ, ਗੁਣ ਪ੍ਰਾਪਤ ਕਰਨੇ ਆ। ਉਹ ਸਥਿਰ ਜਗ੍ਹਾ ਹੈ, ਉਹੀ ਹੈ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ। ਸਤਿਗੁਰ ਦੇ ਚਰਨਾਂ 'ਚ ਪਹੁੰਚਣਾ। ਪਰ ਸਾਡੀ ਤਾਂ ਸਤਿਗੁਰ ਵੀ ਸਰੀਰ ਕਰਕੇ ਬਾਹਰ ਨੇ ਸਾਰੇ। ਸਾਰੇ ਵੀ ਜਿੰਨੇ ਅਸੀਂ ਕਰਮ ਕਰਦੇ ਆਏ ਹਾਂ ਹੁਣ ਤੱਕ, ਕਰਮ ਧਰਮ ਲਾ ਲਓ, ਜੋ ਵੀ ਪ੍ਰਚਲਿਤ ਮੱਤਾਂ ਕਰਦੀਆਂ ਆਉਂਦੀਆਂ ਨੇ, ਉਹ ਸਾਰੇ ਅਸੀਂ ਸਰੀਰ ਕਰਕੇ ਕਰਦੇ ਹਾਂ। ਤਾਈਓ ਤਾਂ ਮਨ ਟਿਕਦਾ ਨਹੀਂ ਹੈਗਾ। ਮਨ ਤਾਂ ਭੁੱਖਾ ਹੈ, ਆਤਮਾ ਤਾਂ ਭੁੱਖੀ ਹੈ, ਭਟਕਦੀ ਹੈ। ਬਾਹਰ ਭੰਡਾਰੇ ਵੀ ਕਰਦੇ ਹਾਂ ਅਸੀਂ, ਲੰਗਰ ਵੀ ਲਾਉਂਦੇ ਹਾਂ, ਫਿਰ ਵਿਆਕਲ ਰਹਿੰਦਾ। ਆਤਮਿਕ ਸੁੱਖ ਨਹੀਂ ਸਾਨੂੰ ਮਿਲ ਸਕਦਾ। ਆਤਮਿਕ ਸੁੱਖ ਮਿਲਣਾ ਪ੍ਰਾਤਮਾ 'ਚ ਲਏ ਹੋਏ ਤੇ ਉਦੋਂ ਬਾਅਦ ਫਿਰ ਹੁਕਮ ਦਾ ਦਰਸ਼ਨ ਹੋਣਾ। ਉਹ ਨਾਮ ਹੈ। ਇਹ ਤਾਂ ਸਾਰੇ ਹੀ ਜਿੰਨੇ ਵੀ ਧਰਮ ਕਰਮ ਸਾਰੇ ਹੀ ਬਾਹਰ ਮੰਨੀ ਬੈਠੇ ਹਾਂ, ਸਾਰੇ ਬਾਹਰ ਬਣਾ ਲਏ ਅਸੀਂ ਤਾਂ, ਫਿਰ ਉਹਦੀ ਖੋਜ ਬੰਦ ਹੋ ਗਈ। ਬਾਣੀ ਅੱਗੇ ਦੀ ਗੱਲ ਕਰਦੀ ਹੈ ਭਾਈ ਪਰਲੋਕ ਦੀ ਹੈ। ਇਹ ਜੀਵ ਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਕੇ ਜਾਂਦੀ ਹੈ, ਇਸ ਦੀ ਵੀ ਜੀਵਨ ਦਿੰਦੀ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਮਝੀਏ, ਫਿਰ ਸਾਡਾ ਜਿਹੜਾ ਹੈਗਾ ਸੰਸਾਰ 'ਤੇ ਆਉਣਾ ਸਫਲ ਹੋਊ। ਨਹੀਂ ਤਾਂ ਨਿਸਫਲ ਹੈ ਹੀ ਹੈ। ਜਦ ਤੱਕ ਅਸੀਂ ਦਰਸ਼ਨ ਨਹੀਂ ਕਰਦੇ ਸਤਿਗੁਰ ਦੇ, ਸਾਡਾ ਜੰਮਣ ਮਰਨ ਨਹੀਂ ਛੁੱਟਣਾ ਹੈ, ਕਾਲ ਨੇ ਨਹੀਂ ਛੱਡਣਾ ਸਾਨੂੰ। ਸਤਿਗੁਰ ਕੀ ਸਮਝਾਉਂਦੇ ਨੇ, ਰਾਗ ਸੋਈ ਮਹੱਲਾ ਪੰਜਵਾਂ ਘਰ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਜੀਵ ਇੱਕ ਹੁਣ ਆਇਆ, ਇੱਕ ਦਾ ਬਾਣੀ ਗਿਆਨ ਕਰਾਉਂਦੀ ਹੈ। ਇਹ ਯੁੱਗ ਮੇਂ ਏਕੇ ਕੋ ਆਇਆ, ਜਨਮਤ ਮੋਹਿਆ ਮੋਹਣੀ ਮਾਇਆ, ਮਾਇਆ ਨੇ ਮੋਹ ਲਿਆ। ਹੁਣ ਗੁਰੂ ਦੀ ਕਿਰਪਾ ਲੈਣੀ ਹੈ, ਫਿਰ ਇੱਥੋਂ ਛੁਟਕਾਰਾ ਪਾ ਲੈਣਾ। ਅੰਜਨ ਮਹਿ ਨਿਰੰਜਨ ਪਾਈਏ, ਫਿਰ ਦੁਬਾਰਾ ਪ੍ਰਾਪਤੀ ਕਰ ਲੈਣੀ। ਸਤਿਗੁਰ ਕੀ ਸਮਝਾਉਂਦੇ ਨੇ, ਭਲੀ ਸੁਹਾਵੀ ਸਾਪਰੀ ਜਾਮੇ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਿਸਰਾਏ। ਸਤਿਗੁਰ ਸਮਝਾਉਂਦੇ ਨੇ, ਭਾਈ ਤੁਸੀਂ ਦੁਨੀਆ 'ਚ ਜਿੰਨੇ ਮਰਜ਼ੀ ਮਹਿਲ ਮਨਾਰੇ ਬਣਾ ਲਓ, ਦੁਨੀਆ 'ਚ ਜਿੱਡੀ ਮਰਜ਼ੀ ਸੋਭਾ ਖੱਟ ਲਓ, ਪਰ ਤੁਹਾਡੇ ਕਿਤੇ ਕੰਮ ਨਹੀਂ ਆਉਣੇ। ਸਰੀਰ ਕਰਕੇ ਇੱਥੇ ਆ ਜਾਣਗੇ, ਆਤਮਾ ਕਰਕੇ ਕਿਤੇ ਕੰਮ ਨਹੀਂ ਆਉਣੇ। ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋ, ਜਿਹੜੀ ਹੈਗੀ ਹੈ ਸੰਪਤ, ਜੋ ਉੱਚੀਆਂ ਪਦਵੀਆਂ ਇੱਥੇ ਖੋਈਆਂ ਜਾਂਦੀਆਂ ਨੇ। ਅੱਗੇ ਜਾ ਕੇ ਫਿਰ ਬੁੱਧੀ ਦੀ ਪ੍ਰੀਖਿਆ ਹੁੰਦੀ ਹੈ, ਜਿਹਨੂੰ ਅਗਨੀ ਪ੍ਰੀਖਿਆ ਕਿਹਾ। ਸੀਤਾ ਦੀ ਅਗਨੀ ਪ੍ਰੀਖਿਆ ਇਹੀ ਤਾਂ ਹੈ ਭਾਈ, ਅਗਨੀ ਪ੍ਰੀਖਿਆ। ਇੱਕ ਹਰ ਕੇ ਨਾਮ ਬਿਨ ਅੱਗੇ ਲਈਏ ਖੋ, ਅੱਗੇ ਫਿਰ ਕੀ ਖੋਂਦੇ ਆ। ਜਦੋਂ ਅਸੀਂ ਸੱਚ ਨਾਲ ਜੁੜਾਂਗੇ ਫਿਰ ਹੀ ਸਾਨੂੰ ਸਮਝ ਆਊਗੀ। ਅਸੀਂ ਤਾਂ ਸਾਰੇ ਧਰਮ ਕਰਮ ਇੱਥੇ ਬਣਾਈ ਬੈਠੇ ਹਾਂ, ਅਸੀਂ ਤਾਂ ਜਾਣਾ ਹੀ ਨਹੀਂ ਚਾਹੁੰਦੇ ਹੈਗੇ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾਵੇ, ਤਾਂ ਮਰਨਾ ਹੀ ਭੁੱਲ ਗਿਆ। ਇਹ ਸਰੀਰ ਲੈ ਲੈਣਾ ਸਾਤੋਂ, ਇਹ ਕੁਛ ਟਾਈਮ ਲਈ ਮਿਲਿਆ ਵਾ। ਬਾਬਾ ਫਰੀਦ ਜੀ ਦਾ ਸਲੋਕ ਲੈ ਲੈਂਦੇ ਆਪਾਂ, ਗੋਰ ਨਵਾਣੀ ਸੰਢ ਕਰੇ ਘਰਿਆਂ ਘਰ ਆਓ, ਸਰ ਪਰ ਇੱਥੇ ਆਵਣਾ, ਮਰਨੋਂ ਨਾ ਡਰਿਆਓ। ਫਰੀਦਾ ਕਿਉਂ ਡਰਦਾ ਮਰਨ ਤੋਂ? ਆਪਦਾ ਘਰ ਛੱਡ ਕੇ ਪਰਲੋਕ ਹੈ, ਲੋਕ 'ਚ ਬੈਠਾ, ਇੱਥੇ ਸੁੱਖ ਭਾਲਦੇ, ਇੱਥੇ ਸੁੱਖ ਕਿੱਥੇ ਆ? ਜੇ ਤੂੰ ਆਪਦੇ ਘਰ ਨਹੀਂ ਆਏਗਾ, ਫਿਰ ਤੈਨੂੰ ਕਿਹੜਾ ਸਰੀਰ ਛੱਡ ਦੇਣਗੇ, ਫਿਰ ਕੱਢ ਲੈਣਗੇ, ਫਿਰ ਜਾਨੂੰ ਸਮਾਂ ਨਿਕਲ ਜਾਣਾ ਵਾ। ਨੌਵੇਂ ਪਾਤਸ਼ਾਹ ਸਮਝਾਉਂਦੇ ਨੇ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਜਨ ਸਮਾਂ ਆ ਜਾਂਦਾ ਭਾਈ, ਫਿਰ ਕੀ ਕਰਾਂਗੇ? ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜ਼ਕ ਸੁਵਾਹੇ, ਠਾਕਰ ਕਾਹੇ ਮਨ ਪੋ ਕਰਿਆ। ਡਰ ਤਾਂ ਕੱਢਣਾ ਸੀ ਭਾਈ। ਇਹ ਰਿਜ਼ਕ ਦੇਣ ਵਾਲਾ ਇੱਕ ਹੀ ਹੈ, ਸਾਰਿਆਂ ਨੂੰ ਦਿੰਦਾ ਉਹ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿਨ ਦੇ ਤੋਟ ਨਾ ਆਈ, ਅਗਨਤ ਭਰੇ ਭੰਡਾਰ। ਉਹਦੇ ਘਰ ਕੋਈ ਕਮੀ ਹੈ? ਕੋਈ ਦੇਣਹਾਰ ਵਸਾ ਰਿਹਾ, ਅਸੀਂ ਦੇਣਹਾਰ ਨੂੰ ਵਸਾਤਾ। ਲੋਭੀ ਹੈ, ਪਦਾਰਥਬਾਜੀ ਹੈ, ਸੰਸਾਰ ਨਾਲ ਜੁੜ ਗਏ, ਪਰ ਕਾਲ ਨੇ ਤਾਂ ਨਹੀਂ ਛੱਡਣਾ। ਜੇ ਕਬੂਤਰ ਅੱਖਾਂ ਮੀਚ ਲਵੇ ਤਾਂ ਬਿੱਲੀ ਨੇ ਥੋੜ੍ਹੀ ਛੱਡਣਾ, ਕਾਲ ਨੇ, ਮੌਤ ਨੇ ਨਹੀਂ ਸਾਨੂੰ ਛੱਡਣਾ।
ਬਾਣੀ ਸਾਨੂੰ ਪਹਿਲਾਂ ਕਾਲ ਤੋਂ ਮੁਕਤ ਕਰਦੀ ਹੈ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਉਹੀ ਭਗਤ ਜੀ ਸਮਝਾ ਰਹੇ ਵੀ ਤੂੰ ਐਡੀ ਸੰਪਤ ਵੀ ਕਰ ਲਵੇਂ ਇਕੱਠੀ, ਜੋ ਮਰਜ਼ੀ ਕਰ ਲਵੇਂ, ਜਾਣਾ ਤੈਨੂੰ ਫਿਰ ਵੀ ਪਊਗਾ। ਤੂੰ ਪਹਿਲਾਂ ਹੀ ਆਪਦੇ ਘਰ ਪਹੁੰਚ ਜਾ। ਉਹੀ ਪੰਚਮ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ। ਭਲੀ ਸੁਹਾਵੀ ਸਾਪਰੀ ਜਾਮੇ ਹਰ ਗੁਣ ਗਾਏ, ਕਿਤ ਹੀ ਕਾਮ ਨਾ ਧੌਲ ਹਰ ਜਿਤ ਹਰ ਬਸਰਾਏ। ਇਹਨਾਂ ਨੇ ਤਾਂ ਹਰ ਵਿਸ਼ਾਰਤਾ ਪਾਈ, ਆਪਦਾ ਮੂਲ ਨੂੰ ਭੁੱਲ ਗਈ ਆਤਮਾ। ਪਿਛਲਾ ਸ਼ਲੋਕ ਕੀਤਾ ਉਹ ਵੀ ਇਹੀ ਸੀਗਾ ਭਾਈ। ਰਹਾਓ ਆਨੰਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤਾਏ, ਜਲ ਜਾਓ ਇਹ ਬੜਪਣਾ ਮਾਇਆ ਲਪਟਾਏ। ਜਿਹੜੇ ਵੱਡਾ ਬਣਨਾ ਚਾਹੁੰਦੇ ਨੇ, ਜਿਹੜੇ ਸੁਭਾਅ ਹੈ ਜਾਵਾ, ਸਤਿਗੁਰ ਤਾਂ ਸਮਝਾਉਂਦੇ ਨੇ ਭਾਈ ਇਹਦੇ ਨਾਲ ਤਾਂ ਫਿਰ ਗਰੀਬੀ ਚੰਗੀ ਸੀ, ਜਿਹੜੇ ਪ੍ਰਭ ਦੀ ਪ੍ਰਾਪਤੀ ਹੋ ਗਈ। ਭਗਤ ਕਬੀਰ ਜੀ ਸਮਝਾਉਂਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੋ ਜਪਿਆ ਸਿਰਜਨਹਾਰ। ਭਾਈ ਇੰਨੀ ਗਰੀਬੀ ਦੇ ਵਿੱਚ ਵੀ ਉਹਨਾਂ ਨੇ ਪ੍ਰਾਪਤੀ ਕਰ ਲਈ। ਪਰ ਅਸੀਂ ਇੰਨੀ ਧਨ ਸੰਪਤ ਦੌਲਤ ਉੱਚੀਆਂ ਪਦਵੀਆਂ ਵੀ ਇਕੱਠੀਆਂ ਕੀਤੀਆਂ, ਪ੍ਰਾਪਤੀ ਕੁਛ ਨਹੀਂ ਹੋਈ। ਜਾਣ ਵੇਲੇ ਫਿਰ ਕਾਲ ਨੇ ਚਪੇੜ ਬਰਾਬਰ ਹੀ ਮਾਰੀ, ਰਾਜਾ ਪਰਜਾ ਸਮਕਰ ਮਾਰੀ, ਐਸੋ ਕਾਲ ਵਡਾਨੀ ਰੇ। ਕੀ ਖੱਟਿਆ ਫਿਰ ਅਸੀਂ? ਇਹਦਾ ਜਵਾਬ ਤਾਂ ਅੱਗੇ ਦੇਣਾ ਪਊਗਾ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਕਤ ਕਲਾਏਗਾ। ਰਾਮ ਸਿਮਰ ਮੂਰੇ। ਹੁਣ ਮੌਕਾ ਪਾਏ। ਰਾਮ ਰਾਮ ਸਾਰੇ ਕਰਦੇ ਨੇ, ਪਾਉਣਾ ਕੋਈ ਵੀ ਨਹੀਂ ਚਾਹੁੰਦਾ। ਰਾਮ ਰਾਮ ਕਰਤਾ ਜਗ ਫਿਰੇ ਰਾਮ ਨਾ ਪਾਇਆ ਜਾਏ। ਰਾਮ ਥੋੜ੍ਹੀ ਕਿਤੇ ਚਲਿਆ ਗਿਆ, ਆਪ ਹੀ ਖੋ ਗਿਆ ਇਹ ਸੰਸਾਰ ਦੇ ਵਿੱਚ। ਅਸੀਂ ਖੋ ਗਏ, ਰਾਮ ਨੂੰ ਲੱਭਣ ਤੁਰ ਪਿਆ ਬਾਹਰ। ਅੱਗੇ ਸਤਿਗੁਰ ਕੀ ਸਮਝਾਉਂਦੇ? ਪੀਸਨ ਪੀਸ ਓਢ ਕਾਮਰੀ, ਸੁਖ ਮਨ ਸੋ ਸੰਤੋ ਖਾਏ, ਐਸੋ ਰਾਜ ਨਾ ਕਿਤੇ ਰਾਜ ਜਿਤ ਨਾ ਤ੍ਰਿਪਤਾਏ। ਭਾਈ ਜਿੰਨੇ ਮਰਜ਼ੀ ਵੀ ਅਸੀਂ ਪਦਵੀਆਂ ਪ੍ਰਾਪਤ, ਉੱਚੇ ਉੱਚੇ ਰਾਜ ਪ੍ਰਾਪਤ ਕਰ ਲਈਏ, ਬਹੁਤ ਦੂਰ ਤੱਕ ਸਾਡਾ ਰਾਜ ਹੋਵੇ। ਦਸਮ ਪਾਤਸ਼ਾਹ ਨੇ ਵੀ ਜਾਪ ਸਾਹਿਬ 'ਚ ਬਹੁਤ ਸਮਝਾਇਆ ਸਾਨੂੰ, ਅਨੇਕਾਂ ਉਪਦੇਸ਼ ਦੇ ਕੇ ਸਤਿਗੁਰ ਸਾਨੂੰ ਸਮਝਾ ਰਹੇ ਨੇ। ਕਦੇ ਵੀ ਜੀਵ ਆਤਮਾ ਤ੍ਰਿਪਤ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕੀ ਕਾਰਨ? ਆਤਮਾ ਪ੍ਰਾਤਮਾ ਨਾਲ ਵਿਛੜ ਚੁੱਕੀ ਹੈ ਭਾਈ। ਜਦ ਤੱਕ ਕੁਝ ਲੈ ਨਹੀਂ ਹੁੰਦੀ ਹੈਗੀ, ਉਹਦਾ ਦਰਸ਼ਨ ਨਹੀਂ ਹੁੰਦਾ। ਸਰੀਰ ਕਰਕੇ ਤਾਂ ਸਾਨੂੰ ਸੁੱਖ ਮਿਲ ਜਾਂਦੇ ਨੇ, ਉਹ ਤਾਂ ਕੁਛ ਟਾਈਮ ਲਈ। ਆਤਮ ਸੁੱਖ ਥੋੜ੍ਹੀ ਸਾਨੂੰ ਮਿਲੂ। ਆਤਮ ਸੁੱਖ ਤਾਂ ਫਿਰ ਗੁਰਸ਼ਬਦ ਦੀ ਪ੍ਰਾਪਤੀ ਤੋਂ ਬਾਅਦ ਹੀ ਸਾਨੂੰ ਮਿਲਣਾ ਵਾ। ਆਤਮਾ ਆਪਦੇ ਘਰ ਪਹੁੰਚੂਗੀ ਫੇਰ ਹੀ ਸੁੱਖ ਹੈ। ਉਹੀ ਤਾਂ ਕਬੀਰ ਜੀ ਸਮਝਾ ਰਹੇ। ਕਬੀਰ ਸੰਤੋਂ ਹੋਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ। ਆਪਦੇ ਘਰ ਜਾ ਕੇ ਹੀ ਭਾਈ ਫਿਰ ਸਾਨੂੰ ਸੁੱਖ ਮਿਲੂਗਾ। ਭਗਤ ਕਬੀਰ ਜੀ ਸਮਝਾਉਂਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੁੱਟੇ ਮਨ ਕਹਾਂ ਸਮਾਈ। ਉਹ ਇਹਨੂੰ ਖੋਜੋ, ਇਹ ਸ਼ਰਾਰਤਾਂ ਕਰਦਾ ਵਾ, ਇਹਦਾ ਧਿਆਨ ਰੱਖਣਾ ਸੀ। ਰੱਬ ਦਾ ਧਿਆਨ ਲਾਓ। ਕਹਿੰਦੇ ਜਿੰਨੇ ਵੀ ਧਰਮ ਅਸੀਂ ਦੇਖਦੇ ਹਾਂ, ਕਹਿੰਦੇ ਜੇ ਰੱਬ ਦਾ ਧਿਆਨ ਲਾਓ, ਉਹ ਰੱਬ ਦਾ ਸਾਰਿਆਂ ਦਾ ਧਿਆਨ ਰੱਖ ਰਿਹਾ ਵਾ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਆਸਾ ਦੀ ਆਵਾਜ਼ ਸਤਿਗੁਰ ਸਮਝਾ ਰਹੇ ਨੇ, ਉਹ ਤਾਂ ਸਾਰਿਆਂ ਦੀ ਸੰਭਾਲ ਕਰ ਰਿਹਾ। ਸਾਰੀ ਸਿਰਜਣਹਾਰ ਕੀ ਜਾਣੇ ਨਹੀਂ ਕੋਈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ, ਜਲ ਮੈਂ ਜਨ ਤੋਂ ਪਾਏ ਤਿੰਨਾਂ ਵੀ ਰੋਜੀ ਦੇ। ਅਸੀਂ ਉਹਦਾ ਧਿਆਨ ਕਰਨ ਲੱਗ ਗਏ। ਸਾਡੀ ਮਨ ਬੁੱਧੀ ਹੈਗੀ ਇੰਨੀ? ਉਹ ਤਾਂ ਸਾਰਿਆਂ ਦਾ ਧਿਆਨ ਰੱਖਿਆ, ਸਾਨੂੰ ਆਪਦੇ ਘਰ ਦਾ ਨਹੀਂ ਪਤਾ। ਪੰਜ ਚੋਰ ਘਰ ਮੇ ਰਹੇ ਤੇ ਤਿਸਕਾ ਨਹੀਂ ਪਤਿਆਰਾ। ਪੰਜ ਚੋਰ ਸਾਡੇ ਘਰ ਅੰਦਰ ਬੈਠੇ ਨੇ, ਵਕਾਰ ਆ, ਉਹਨਾਂ ਦਾ ਸਾਨੂੰ ਪਤਾ ਨਹੀਂ, ਉਹਦੇ ਨਾਲ ਧਿਆਨ ਲਾਉਣ ਲੱਗ ਗਏ ਅਸੀਂ। ਉਹ ਤਾਂ ਸਾਰਿਆਂ ਦਾ ਧਿਆਨ ਰੱਖ ਰਿਹਾ। ਕੀ ਪੀਸਣਾ? ਹੰਕਾਰ ਪੀਸਣਾ ਵਾ। ਗੁਰ ਸ਼ਬਦ ਦੇ ਗਿਆਨ ਨਾਲ ਜਿਹੜਾ ਸਾਡਾ ਹੰਕਾਰ ਹੈ ਇਹ ਜਾਣਾ ਵਾ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਵਿਖ ਫੈਲ। ਜਿਹੜੀ ਤੇਰੀ ਹਉਮੈ ਦੀ ਵਿਖ ਫੈਲੀ ਹੋਈ ਹੈ ਇਹ ਖਤਮ ਹੋ ਜੂਗੀ। ਇਹ ਕੁਦਰਤ ਦੇ ਗੁਣ ਨੇ ਦੱਸੇ ਹੋਏ ਹੁਕਮ ਦੇ। ਜਦੋਂ ਕੋਈ ਵੀ ਗੁਰਸਿੱਖ ਸੰਗਤ ਇਹਨੂੰ ਵਿਚਾਰਦੀ ਹੈ, ਹੰਕਾਰ ਟੁੱਟ ਜਾਂਦਾ। ਜਦੇ ਵੀ ਅਸੀਂ ਐਡੀ ਸ਼ਕਤੀ ਨਾਲ ਟਕਰਾਉਂਦੇ ਰਹੇ, ਅਸੀਂ ਜਿਹੜਾ ਸਾਰਿਆਂ ਦਾ ਪਾਲਕ ਹੈ ਉਹਦਾ ਹੀ ਵਿਰੋਧ ਕਰਦੇ ਰਹੇ। ਤਾਂ ਕਰਕੇ ਸਤਿਗੁਰਾਂ ਨੇ ਗੁਰਸੇਵਾ ਸ਼ਬਦ ਵਿਚਾਰ ਲਾਈ ਹੈ। ਉਹਦੇ ਨੇ ਸਾਡਾ ਭਲਾ ਹੋਣਾ ਹੈ, ਉਹਦੇ ਨਾਲ ਸਾਡਾ ਸੰਸਾਰ 'ਚ ਛੁਟਕਾਰਾ ਹੋਣਾ। ਸੱਚ ਦਾ ਗਿਆਨ ਨਹੀਂ, ਛੁਟਕਾਰਾ ਸਾਡਾ ਕਿਵੇਂ ਹੋਊਗਾ? ਫਿਰ ਮਨ ਸੰਤੋਖ 'ਚ ਆਉਂਦਾ। ਐਸੋ ਰਾਜ ਨਾ ਕਿਤੇ ਕਾਜ ਜਿਤ ਨਾ ਤ੍ਰਿਪਤਾਏ। ਫਿਰ ਕੀ ਇਹਨੇ ਰਾਜ ਕਰਕੇ ਵੀ ਮਨ ਤਾਂ ਫਿਰ ਤ੍ਰਿਪਤ ਨਹੀਂ ਹੋਇਆ, ਹੋ ਹੀ ਨਹੀਂ ਸਕਦਾ। ਮਾਇਆ ਦੇ ਵਿੱਚ ਕਿੱਡਾ ਵੱਡਾ ਵੀ ਰਾਜ ਹੋ ਜੇ, ਚਿੰਤਾ ਰਹਿਣੀ ਹੀ ਰਹਿਣੀ ਹੈ। ਕੋਈ ਸਾਡੇ 'ਚ ਗੁਣ ਹੈ ਹੀ ਨਹੀਂ ਕਿ ਗੁਣ ਤਾਂ ਖੋਹ ਲਏ ਅਸੀਂ। ਗੁਣਾਂ ਦੀ ਕਮਾਈ ਕਰਨ ਤਾਂ ਆਈ ਸੀ ਆਤਮਾ। ਗੁਣਾ ਗਵਾਈ ਗਠੜੀ ਔਗਣ ਚੱਲੀ ਬਨ। ਪਿਛਲਾ ਸ਼ਲੋਕ ਆਪਾਂ ਕੀਤਾ, ਦੀਨ ਗਵਾਇਆ ਦੁਨੀ ਸਿਉ। ਦੀਨ ਬੁੱਧੀ ਗਵਾ ਲਈ, ਔਗਣ ਮੰਨ ਕੇ ਚਲੀ ਜਾਂਦੀ।
ਅੱਗੇ ਜਾ ਕੇ ਫਿਰ ਇਹਦਾ ਹਿਸਾਬ ਹੁੰਦਾ ਹੈ। ਉਹੀ ਸਤਿਗੁਰੂ ਸਮਝਾ ਰਹੇ ਨੇ, ਭਾਈ ਕੀ ਕਰਨੇ ਨੇ ਐਸੇ ਰਾਜ। ਮਨ ਹੀ ਨਹੀਂ ਤ੍ਰਿਪਤ ਹੋ ਰਿਹਾ, ਆਤਮਾ ਹੀ ਨਹੀਂ ਸ਼ਾਂਤ ਹੋ ਰਹੀ। ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ। ਤੁਹਾਡੇ ਕੋਲ ਕੁਝ ਵੀ ਨਾ ਹੋਵੇ, ਬਾਣੀ ਸਾਨੂੰ ਧਲਾਸਾ ਦਿੰਦੀ ਹੈ। ਆਪਣੇ ਜਨ ਕਾ ਪਰਦਾ ਢਾਕ ਕੇ, ਆਪਣੇ ਜਨ ਕੀ ਸਿਰ ਪਰ ਰੱਖ ਕੇ, ਸੇਵਕ ਕੋ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ। ਹੋਰ ਕਿਵੇਂ ਸਮਝਾ ਦੇਣ ਗੁਰੂ ਭਾਈ। ਹੱਥ ਰੱਖੂਗਾ ਤੁਹਾਡੇ ਤੇ। ਦੇਖਦੇ ਹੀ ਆਪਾਂ ਪਿੱਛੇ ਜਿੰਨੇ ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਇਹ ਮਾਰਗ ਦਰਸਾਇਆ ਵਾ, ਉਹਨਾਂ ਦੀ ਜੀਵਨੀ ਪੜ੍ਹ ਕੇ ਦੇਖੋ, ਉਹੀ ਜੀਵਨੀ ਹੈ, ਬਾਣੀ ਉਹਨਾਂ ਦੀ ਜੀਵਨੀ ਹੈ। ਗੁਰਸਾਖੀ ਜੋਤ ਪ੍ਰਗਟ ਹੋਈ, ਉਹਦੀ ਸਿੱਖਿਆ, ਗੁਰਸ਼ਬਦ ਨੂੰ ਵਿਚਾਰਦੇ ਰਹਿਣਾ। ਜੋਤ ਪ੍ਰਗਟ ਹੋ ਗਿਆਨ ਦੀ, ਫੇਰ ਹੀ ਦੇਖਾਂਗੇ ਆਪਾਂ। ਪਰ ਸੱਚ ਤਾਂ ਅਸੀਂ ਛੱਡਤਾ, ਅਸੀਂ ਤਾਂ ਗੁਰੂ ਨੂੰ ਉਪਦੇਸ਼ ਕਰਨ ਲੱਗ ਗਏ। ਨਹੀਂ, ਇਹ ਗਲਤੀ ਨਹੀਂ ਕਰਨੀ, ਜਨਮ ਬਾਰ-ਬਾਰ ਨਹੀਂ ਮਿਲਦਾ। ਕਬੀਰ ਮਾਨਸ ਜਨਮ ਦੁਲੰਭ ਆਏ ਹੋਏ ਨਾ ਬਾਰੋ ਬਾਰ, ਜਿਉਂ ਬਨ ਫਲ ਪਾਕੇ ਭੂਏਂਗੇ ਨੇ ਬਹੁਰ ਨਾ ਲਾਗੇ ਡਾਰ। ਇਹ ਸਰੀਰ ਬਹੁਤ ਔਖਾ ਮਿਲਦਾ ਹੈ। ਉਹੀ ਸਤਿਗੁਰ ਸਮਝਾ ਰਹੇ ਨੇ, ਪਾਟ ਪਡੰਬਰ ਬਿਰਥੀਆਂ ਜਹ ਰਚ ਲੋਵਾਏ। ਸਤਿਗੁਰ ਸਮਝਾਉਂਦੇ ਨੇ ਕਿੱਡੇ ਪਾਟ ਪਟੰਬਰ। ਭਗਤ ਕਬੀਰ ਜੀ ਦਾ ਸਲੋਕ ਲੈ ਲੈਂਦੇ ਆਪਾਂ ਸਿੱਧਾ ਹੀ। ਕਬੀਰ ਉਜਰ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ ਬੰਦੇ ਜਮ ਪਰ ਜਾਏ। ਸਾਰਿਆਂ ਨੂੰ ਜਮ ਬਣ ਕੇ ਲੈ ਜਾਂਦਾ। ਫਿਰ ਕੀ ਸਾਡੇ ਪਾਠ ਪਟੰਬਰਾਂ 'ਚ ਸਾਨੂੰ ਕੀ ਪ੍ਰਾਪਤੀ ਹੋਈ। ਫਿਰ ਸਭ ਕਿਸ ਤੁਮਰੇ ਹਾਥ ਪ੍ਰਭ ਆਪ ਕਰੇ ਕਰਾਏ। ਹੱਥ ਤਾਂ ਸਾਰਾ ਕੁਛ ਉਹਦੇ ਆ ਭਾਈ। ਜਨਤਾ ਕੇ ਬਸ ਕਿਸ ਨੇ ਸਭ ਚੱਲੇ ਜਾਏ। ਜਿਹਦੀ ਸਾਰੀ ਇਹ ਖੇਲ ਹੱਥ ਤਾਂ ਅਸੀਂ ਉਹਦੇ ਅੱਗੇ ਬੇਨਤੀ ਕਰੀਏ। ਬਾਣੀ ਸਾਨੂੰ ਉਹਦੇ ਅੱਗੇ ਬੇਨਤੀ ਕਰਨ ਨੂੰ ਕਹਿੰਦੀ ਹੈ। ਦੇ ਨਾਮ ਸੰਤੋਖੀ ਉਤਰੇ ਮਨ ਕੀ ਭੁੱਖ, ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ, ਸਾਂਸ ਸਾਂਸ ਸਿਮਰਤ ਰਹਾ ਨਾਨਕ ਦਾਨ ਪਾਏ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਮਝੀਏ, ਇਹ 'ਚੋਂ ਫਿਰ ਗਿਆਨ ਪੈਦਾ ਹੋਊਗਾ। ਫੇਰ ਹੀ ਸਾਡਾ ਧਿਆਨ ਲੱਗੂਗਾ। ਗਿਆਨ ਹੀ ਧਿਆਨ ਹੁੰਦਾ। ਗਿਆਨ ਤਾਂ ਸਾਨੂੰ ਹੋਇਆ ਨਹੀਂ। ਜਿਹਦੇ ਨਾਲ ਅਸੀਂ ਧਿਆਨ ਲਾਉਣਾ, ਬਾਣੀ ਸਾਨੂੰ ਗਿਆਨ ਕਰਾਉਂਦੀ ਹੈ ਪਹਿਲਾਂ। ਸੰਸਾਰੀ ਬੱਤਾਂ ਵੀ ਕਹਿੰਦੇ ਨੇ ਧਿਆਨ ਲਾਓ। ਕਿਹਦੇ ਨਾਲ ਧਿਆਨ ਲਾਉਣਗੇ ਜਿਹਦਾ ਗਿਆਨ ਹੀ ਨਹੀਂ ਹੈਗਾ। ਬਾਣੀ ਉਹਦਾ ਗਿਆਨ ਕਰਾਉਂਦੀ, ਜਿਹਦੇ ਨਾਲ ਧਿਆਨ ਲਾਉਣਾ ਅਸੀਂ। ਸਾਡੇ ਮੂਲ ਦਾ ਗਿਆਨ ਕਰਾਉਂਦੀ ਹੈ। ਹਰ ਕਥਾ ਹੈ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣ ਦਰ ਦੁੱਖ ਲੱਥਾ। ਜੋ ਵੀ ਸੁਣਨਗੇ ਅਮਰ ਹੋ ਜਾਣਗੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਅੱਗੇ ਜਾ ਕੇ ਸੁਣਨੀ ਹੈ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਗਤੀ ਹੋਣੀ ਹੈ ਇਹਦੀ। ਸਰੀਰ ਦੀ ਗਤੀ ਕਰਾ ਲੈਂਦੇ ਹਾਂ ਅਸੀਂ। ਉਹ ਤਾਂ ਸਾਡੇ ਸੰਸਾਰੀ ਧਰਮਾਂ ਦੇ ਸਾਰੇ ਸਥਾਨ ਬਣੇ ਹੋਏ ਨੇ। ਇਹ ਗਤੀ ਕਿਵੇਂ ਹੋਊਗੀ? ਉਹੀ ਤਾਂ ਭਗਤ ਜੀ ਸਮਝਾ ਰਹੇ ਨੇ। ਕਬੀਰ ਸੰਤ ਮੂੰਹੇ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ। ਉਹ ਤਾਂ ਆਪਣੇ ਘਰ ਚਲੇ ਗਏ ਭਾਈ। ਰੋਵੋ ਸਾਕਤ ਵਾਪਰੇ ਜੋ ਹਾਟੇ ਹਾਟ ਪਕਾਏ। ਮਨ ਨੂੰ ਰੋਵੋ ਭਾਈ, ਇਹਨੂੰ ਫਿਰ 84 ਲੱਖ ਜੂਨੀ ਦੀ ਜੇਲ੍ਹ ਹੋਣੀ ਹੈ। ਜੇ ਤੋਂ ਛੁੱਟਣਾ ਨਾ, ਸਤਿਗੁਰਾਂ ਦੇ ਵਚਨ ਲੈ ਲਓ। ਜਿਨ ਹਰ ਨਿਰਭਉ ਧਿਆਇਆ, ਤਿਨ ਟੂਟੀ ਜਮ ਕੀ ਫਾਸੀ। ਇਹ ਜਮਾਂ ਦੀ ਫਾਸੀ ਫਿਰ ਸੁੱਟਦੀ ਆ ਭਾਈ। ਭਗਤ ਰਵਿਦਾਸ ਜੀ ਦੇ ਬਚਨ ਲੈ ਲੈਂਦੇ। ਹਰ ਜੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਏਂਗੇ ਸੱਚ ਪਾਖੇ ਅਰਦਾਸ। ਨਰਕਾਂ ਨੂੰ ਜਾਵਾਂਗੇ ਭਾਈ ਸਾਰੇ ਅਸੀਂ, ਗੁਰੂ ਭਗਤਾਂ ਦੇ ਦਰਸਾਏ ਰਾਹ ਅਨੁਸਾਰ ਨਹੀਂ ਚੱਲੇ। ਇਹਨੂੰ ਵਿਚਾਰਨਾ ਵਾ, ਸਮਝਣਾ ਵਾ, ਔਰ ਮਨ ਨੂੰ ਸ਼ਾਂਤ ਰੱਖਣਾ ਵਾ। ਜਦੋਂ ਆਤਮਾ ਪ੍ਰਾਤਮਾ ਇੱਕ ਹੋ ਜਾਂਦੀ, ਉਸ ਅਵਸਥਾ ਵਿੱਚ ਸੰਤ ਹੁੰਦਾ ਹੈ। ਸਰੀਰ ਕਰਕੇ ਨਹੀਂ, ਆਤਮਾ ਕਰਕੇ। ਉਹੀ ਸੁਖਮਨੀ ਸਾਹਿਬ ਸਤਿਗੁਰਾਂ ਨੇ ਸਾਨੂੰ ਸਮਝਾਇਆ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਉਹ ਪ੍ਰਭੂ ਅਬਨਾਸੀ ਜਿਹੜਾ ਜੰਮਣ ਮਰਨ ਤੋਂ ਪਰੇ ਸੀ, ਸਤਿਗੁਰ, ਉਹਦੀ ਪ੍ਰਾਪਤੀ ਹੋ ਜਾਂਦੀ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।